ਮੇਰੀ ਨਜ਼ਰ ਦੇ ਵਿੱਚ ਗਦਰੀ ਬਾਬੇ ਇਨਕਲਾਬੀ ਸੀ। ਗਦਰੀ ਬਾਬਿਆਂ ਦਾ ਨਿਸ਼ਾਨਾ ਬਹੁਤ ਜ਼ਿਆਦਾ ਕਲੀਅਰ ਸੀਗਾ ਜੀ। ਗਦਰੀ ਬਾਬੇ ਚਾਹੁੰਦੇ ਸੀਗੇ ਕਿ ਜੇ ਆਜ਼ਾਦੀ ਜਿਹੜੀ ਮਿਲੇਗੀ ਉਹ ਬਰਾਬਰੀ ਦੀ ਆਜ਼ਾਦੀ ਹੋਣੀ ਚਾਹੀਦੀ ਹੈ, ਜਿਹਦੇ ਵਿੱਚ ਧਾਰਮਿਕ ਆਜ਼ਾਦੀ ਵੀ ਹੋਵੇ ਬੰਦੇ ਨੂੰ, ਜਿਹਦੇ ਵਿੱਚ ਆਰਥਿਕ ਆਜ਼ਾਦੀ ਵੀ ਹੋਵੇ, ਜਿਹਦੇ ਵਿੱਚ ਸਿਆਸੀ ਆਜ਼ਾਦੀ ਵੀ ਹੋਵੇ। ਬਕਾਇਦਾ ਉਹਨਾਂ ਨੇ ਇੱਕ ਸੰਵਿਧਾਨ ਵੀ ਤਿਆਰ ਕੀਤਾ, ਬਕਾਇਦਾ ਉਹਨਾਂ ਨੇ ਇਕੋਨਮੀ ਨੂੰ ਲੈ ਕੇ ਲਿਖਤਾਂ ਲਿਖੀਆਂ, ਬਕਾਇਦਾ ਉਹਨਾਂ ਨੇ ਉਸ ਵੇਲੇ ਜਿਹੜੇ ਇੰਟਰਨੈਸ਼ਨਲ ਅੰਤਰਰਾਸ਼ਟਰੀ ਜਿਹੜੇ ਹਾਲਾਤ ਸੀਗੇ, ਖਾਸ ਤੌਰ ਤੇ ਰੂਸ ਨੂੰ ਲੈ ਕੇ ਉਹ ਸਮਝ ਉਹਨਾਂ ਦੀ ਸੀਗੀ, ਉਹਨਾਂ ਦੇ ਬਾਰੇ ਉਹਨਾਂ ਨੇ ਲਿਖਤਾਂ ਲਿਖੀਆਂ। ਇੱਕ ਪਾਸੇ ਤਾਂ ਇਹ ਜੋੜ ਦਿੱਤਾ ਜਾਂਦਾ ਕਿ ਗਦਰੀ ਬਾਬੇ ਸਿੱਖ ਉਹੀ ਗੱਲ ਪਰੰਪਰਾ ਦੇ ਨਾਲ ਜੁੜੇ ਰਹੀ ਹੈ ਨਾ। ਇੱਕ ਪਾਸੇ ਕਹਿੰਦੇ ਨੇ ਕਿ ਕਾਮਰੇਡ ਸੀ ਜਾਂ ਗਦਰੀ ਬਾਬੇ ਸੀ। ਜਿਹੜੀ ਫਿਲਾਸਫੀ ਇਹ ਕਹਿੰਦੀ ਹੈ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੋਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਅਕਸਰ ਜਿਵੇਂ ਆਰਟੀਕਲ ਵੀ ਪੜ੍ਹਦੇ ਤਾਂ ਉੱਥੋਂ ਸ਼ੁਰੂ ਹੁੰਦੇ ਨੇ। ਹਾਂ, ਉਹ ਬਕਾਇਦਾ ਤੌਰ ਤੇ ਜਦੋਂ ਗਦਰ ਅਖਬਾਰ ਵੀ ਛਾਪਦੇ ਸੀ ਜੀ, ਤਾਂ ਇਹ ਲਾਈਨਾਂ 17 ਗੁਰਬਾਣੀ ਦੀਆਂ, ਗੁਰੂ ਨਾਨਕ ਸਾਹਿਬ ਦੀਆਂ ਪਹਿਲੇ ਪੰਨੇ ਦੇ ਉੱਤੇ ਲਿਖੀਆਂ ਜਾਂਦੀਆਂ ਸੀ। ਸੋ ਇੱਥੋਂ ਇਹ ਸਪਸ਼ਟ ਹੈ ਕਿ ਗਦਰੀ ਬਾਬੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਵੀ ਅਪਣਾਏ ਸੀਗੇ। ਬਾਬਾ ਭਕਨਾ ਜੀ ਨੇ ਇਹ ਨਹੀਂ ਹੋਇਆ ਕਿ 47 ਤੱਕ ਹੀ ਜਿਹੜੀ ਸੀਗੀ ਆਪਣੀ ਕੁਰਬਾਨੀ ਕੀਤੀ। ਉਹਨਾਂ ਨੇ ਜਦੋਂ ਮੁਲਕ ਆਜ਼ਾਦ ਵੀ ਹੋ ਗਿਆ ਜੀ, ਇਹਦੇ ਬਾਵਜੂਦ ਜਿੰਨੀ ਦੇਰ ਉਹਨੂੰ ਲੱਗਦਾ ਸੀਗਾ ਕਿ ਮੇਰਾ ਸੁਪਨਾ ਪੂਰਾ ਨਹੀਂ ਹੁੰਦਾ ਗਦਰੀ ਬਾਬਿਆਂ ਦਾ ਔਰ ਬਰਾਬਰੀ ਦਾ ਸਮਾਜ ਹਿੰਦੁਸਤਾਨ ਦੇ ਵਿੱਚ ਨਹੀਂ ਬਣਦਾ, ਓਨੀ ਦੇਰ ਉਹਨਾਂ ਨੇ ਆਪਣੀ ਜੰਗ ਜਾਰੀ ਰੱਖੀ। ਉਹਨਾਂ ਨੇ ਕਿਹਾ ਕਿ ਯਾਰ ਮੈਨੂੰ ਇੰਨਾ ਅੰਗਰੇਜ਼ ਸਾਮਰਾਜ ਨੇ ਨਹੀਂ ਸੀ ਝੁਕਾਇਆ ਜਿੰਨੀ ਮੈਨੂੰ ਆਪਣੇ ਜਿਹੜੇ ਸਾਡੇ ਆਪਣੇ ਅੰਗਰੇਜ਼ ਨੇ, ਕਾਲੇ ਅੰਗਰੇਜ਼ ਨੇ, ਉਹਨਾਂ ਦੀਆਂ ਯਾਤਨਾਵਾਂ, ਉਹਨਾਂ ਦੇ ਤਸ਼ੱਦਦ ਨੇ ਮੈਨੂੰ ਝੁਕਾਤਾ। ਉਹਨਾਂ ਦਾ ਸਭ ਤੋਂ ਨੇੜਲਾ ਸਾਥੀ ਸਰਾਭਾ ਜੀ ਸੀਗੇ ਔਰ ਜਿਵੇਂ ਤੁਸੀਂ ਦੱਸਿਆ ਬਹੁਤ ਛੋਟੀ ਉਮਰ ਦੇ ਹੋਣ ਕਰਕੇ ਉਹਨਾਂ ਦੇ ਵਿੱਚ ਜ਼ਿਆਦਾ ਫੁਰਤੀਲਾਪਨ ਜਿਹੜਾ ਸੀਗਾ ਬਹੁਤ ਜ਼ਿਆਦਾ ਸੀਗਾ, ਬਹੁਤ ਜ਼ਿਆਦਾ ਉਹ ਲੋਕਾਂ ਨੂੰ ਚਾਹੇ ਸੰਗਠਨ ਦਾ ਤਰੀਕਾ ਹੋਵੇ ਉਹਦੇ ਵਿੱਚ ਮਾਹਿਰ ਸੀਗੇ, ਚਾਹੇ ਉਹਨਾਂ ਨੇ ਪ੍ਰੈਸ ਦੇ ਵਿੱਚ ਛਪਾਈ ਕਰਨੀ ਹੋਵੇ ਗਦਰ ਅਖਬਾਰ ਦੀ ਉਹਦੇ ਵਿੱਚ ਮਾਹਿਰ ਸੀਗੇ, ਇੱਥੋਂ ਤੱਕ ਕਿ ਜਹਾਜ਼ ਚਲਾਉਣ ਤੱਕ ਵੀ ਪਾਇਲਟ ਦੀ ਵੀ ਉਹਨਾਂ ਨੇ ਸਿੱਖਿਆ ਲਈ। ਨਵੰਬਰ ਦਾ ਮਹੀਨਾ ਹੀ ਕਿਉਂ ਜਿਹੜਾ ਚੁਣਿਆ ਜਾਂਦਾ ਜੀ? ਨਵੰਬਰ ਇਸ ਲਈ ਚੁਣਿਆ ਜਾਂਦਾ ਕਿਉਂਕਿ ਇਸ ਦਿਨ 1913 ਦੇ ਵਿੱਚ ਜੀ 1 ਨਵੰਬਰ ਨੂੰ ਇਹ ਮੰਨਿਆ ਜਾਂਦਾ ਹੈ ਕਿ ਗਦਰ ਪਾਰਟੀ ਦੀ ਨੀਂਹ ਰੱਖੀ ਗਈ ਸੀ, ਉਸ ਦਿਨ ਇਹ ਹੋਂਦ ਵਿੱਚ ਆਈ ਸੀ। ਸੋ ਉਸ ਯਾਦ ਨੂੰ ਤਾਜ਼ਾ ਕਰਨ ਦੇ ਲਈ ਅਸੀਂ ਗਦਰੀ ਬਾਬਿਆਂ ਨੂੰ ਸਿਜਦਾ ਕਰਦੇ ਹਾਂ, ਉਹਨਾਂ ਨੂੰ ਸ਼ਰਧਾਂਜਲੀਆਂ ਦਿੰਦੇ ਹਾਂ। SMTV ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਮੈਂ ਹੈਪੀ ਭਗਤਾ। ਅੱਜ ਖਾਸ ਮੁਲਾਕਾਤ ਹੈ, ਸਾਡੇ ਨਾਲ ਰਹਿਣਗੇ ਡਾਕਟਰ ਭੀਮਿੰਦਰ ਸਿੰਘ। ਗਦਰੀ ਬਾਬਿਆਂ ਦੇ ਦਿਨ ਚੱਲ ਰਹੇ ਨੇ, ਨਵੰਬਰ ਦਾ ਮਹੀਨਾ, ਤੇ ਗਦਰੀ ਬਾਬੇ ਕੌਣ ਸਨ ਚਰਚਾ ਕਰਾਂਗੇ। ਸਤਿ ਸ਼੍ਰੀ ਅਕਾਲ ਜੀ ਭੀਮਿੰਦਰ ਜੀ। ਭਗਤਾ ਜੀ ਬਹੁਤ-ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਸਿਹਤ ਠੀਕ ਹੈ ਤੁਹਾਡੀ? ਬਹੁਤ ਵਧੀਆ ਜੀ, ਬਹੁਤ ਧੰਨਵਾਦ। ਮੌਕਾ ਅਕਸਰ ਮਿਲਦਾ ਰਹਿੰਦਾ ਤੁਹਾਨੂੰ ਮਿਲਣ ਦਾ। ਬਿਲਕੁਲ। ਗਦਰੀ ਬਾਬੇ ਕੌਣ ਸਨ? ਅਕਸਰ ਕਿਤਾਬਾਂ ਆਉਂਦੀਆਂ ਨੇ, ਕਦੇ ਕੋਈ ਪ੍ਰਕਾਸ਼ਨ ਛਾਪਦਾ, ਕਦੇ ਕੋਈ ਪ੍ਰਕਾਸ਼ਨ। ਹਰੇਕ ਦੇ ਮਤਭੇਦ ਅਲੱਗ-ਅਲੱਗ ਨੇ, ਹਰੇਕ ਦੇ ਵਿਚਾਰ ਅਲੱਗ-ਅਲੱਗ ਨੇ। ਕੌਣ ਸੀ ਗਦਰੀ ਬਾਬੇ? ਭਗਤਾ ਜੀ ਇਹੀ ਸਵਾਲ ਕਈ ਵਾਰੀ ਕਾਰਲ ਮਾਰਕਸ ਬਾਰੇ ਪੁੱਛਿਆ ਜਾਂਦਾ ਹੈ ਔਰ ਉਹਨਾਂ ਬਾਰੇ ਕਿਹਾ ਜਾਂਦਾ ਹੈ ਕਿ ਕਾਰਲ ਮਾਰਕਸ ਸਮਾਜ ਵਿਗਿਆਨੀ ਸੀ, ਅਰਥ ਸ਼ਾਸਤਰੀ ਸੀ, ਰਾਜਨੀਤੀ ਸ਼ਾਸਤਰ ਦਾ ਮਾਹਿਰ ਸੀਗਾ, ਹੋਰ ਬਹੁਤ ਕੁਝ ਸੀਗਾ ਜੀ, ਪਰ ਇਹ ਕਿਹਾ ਜਾਂਦਾ ਕਿ ਸਭ ਤੋਂ ਵੱਡਾ ਉਹ ਇਨਕਲਾਬੀ ਸੀ। ਇਹੀ ਗੱਲ ਮੈਂ ਗਦਰੀ ਬਾਬਿਆਂ ਬਾਰੇ ਕਹਿਣਾ ਚਾਹੁੰਦਾ ਜੀ। ਗਦਰੀ ਬਾਬੇ ਦੁਆਬੀਏ ਸਨ, ਬਹੁਤੇ ਉਹਨਾਂ ਚੋਂ ਦੁਆਬੇ ਚੋਂ ਗਏ। ਉਹ ਜੱਟ ਸ਼੍ਰੇਣੀ ਚੋਂ ਸਨ, ਕਾਸਟ ਦੇ ਵਿੱਚੋਂ ਸਨ ਬਹੁਤੇ, ਪਰ ਇਹਦੇ ਸਾਰਿਆਂ ਦੇ ਬਾਵਜੂਦ ਕੋਈ ਉਹਨਾਂ ਨੂੰ ਕਹਿੰਦਾ ਵੀ ਉਹ ਸਿੱਖ ਸੀਗੇ, ਕੋਈ ਕਿਸੇ ਹੋਰ ਚੀਜ਼ਾਂ ਨਾਲ ਜੋੜਦੇ ਆ। ਜਿੱਥੋਂ ਜਿਸ ਬੰਦੇ ਦਾ ਨਜ਼ਰੀਆ ਉਹਦੇ ਨਾਲ ਉਹਨਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਜੋ ਮੇਰੀ ਨਜ਼ਰ ਦੇ ਵਿੱਚ ਗਦਰੀ ਬਾਬੇ ਇਨਕਲਾਬੀ ਸੀ ਜੀ। ਇਨਕਲਾਬ ਤੋਂ ਮਤਲਬ ਉਹਨਾਂ ਦਾ ਇਹ ਸੀਗਾ ਕਿ ਆਜ਼ਾਦੀ ਜਿਹੜੀ ਲਿਆਂਦੀ ਜਾਣੀ ਹੈ, ਅੰਗਰੇਜ਼ਾਂ ਦੇ ਰਾਜ ਨੂੰ ਢਾਹ ਕੇ, ਉਹਨਾਂ ਨੂੰ ਖਤਮ ਕਰਕੇ
ਤਾਂ ਉਹ ਆਜ਼ਾਦੀ ਇੱਕ ਵੱਖਰੀ ਤਰ੍ਹਾਂ ਦੀ ਆਜ਼ਾਦੀ ਹੋਏਗੀ। ਉਸ ਵੇਲੇ ਬਹੁਤ ਸਾਰੀਆਂ ਮੂਵਮੈਂਟਸ ਚੱਲ ਰਹੀਆਂ ਸੀਗੀਆਂ, ਜਿਹਦੇ ਵਿੱਚ ਕਾਂਗਰਸ ਪਾਰਟੀ ਵੀ ਲੜ ਰਹੀ ਸੀ ਜੀ, ਜਿਹਦੇ ਵਿੱਚ ਹੋਰ ਵੱਖ-ਵੱਖ ਧਿਰਾਂ ਲੜ ਰਹੀਆਂ ਸੀਗੀਆਂ। ਪਰ ਗਦਰੀ ਬਾਬਿਆਂ ਦਾ ਨਿਸ਼ਾਨਾ ਬਹੁਤ ਜ਼ਿਆਦਾ ਕਲੀਅਰ ਸੀਗਾ ਜੀ। ਗਦਰੀ ਬਾਬੇ ਚਾਹੁੰਦੇ ਸੀਗੇ ਕਿ ਜੇ ਆਜ਼ਾਦੀ ਜਿਹੜੀ ਮਿਲੇਗੀ ਉਹ ਬਰਾਬਰੀ ਦੀ ਆਜ਼ਾਦੀ ਹੋਣੀ ਚਾਹੀਦੀ ਹੈ, ਜਿਹਦੇ ਵਿੱਚ ਧਾਰਮਿਕ ਆਜ਼ਾਦੀ ਵੀ ਹੋਵੇ ਬੰਦੇ ਨੂੰ, ਜਿਹਦੇ ਵਿੱਚ ਆਰਥਿਕ ਆਜ਼ਾਦੀ ਵੀ ਹੋਵੇ, ਜਿਹਦੇ ਵਿੱਚ ਸਿਆਸੀ ਆਜ਼ਾਦੀ ਵੀ ਹੋਵੇ, ਯਾਨੀ ਕਿ ਹਰ ਤਰ੍ਹਾਂ ਦੀ ਆਜ਼ਾਦੀ ਜਿਹੜੀ ਹੈਗੀ ਹੈ, ਮਨੁੱਖੀ ਆਜ਼ਾਦੀ ਪਹਿਲੀ ਵਾਰੀ ਹਿੰਦੁਸਤਾਨ ਦੇ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਉਹਨਾਂ ਨੇ ਇੱਕ ਨਵਾਂ ਸੁਪਨਾ ਜਿਹੜਾ ਸੀਗਾ ਹਿੰਦੁਸਤਾਨ ਦੇ ਵਿੱਚ ਲਿਆਂਦਾ ਕਿ ਆਜ਼ਾਦੀ ਜਿਹੜੀ ਹੋਏਗੀ ਉਹ ਕਿਸ ਤਰ੍ਹਾਂ ਦੀ ਆਜ਼ਾਦੀ ਹੋਏਗੀ। ਬਕਾਇਦਾ ਉਹਨਾਂ ਨੇ ਇੱਕ ਸੰਵਿਧਾਨ ਵੀ ਤਿਆਰ ਕੀਤਾ, ਬਕਾਇਦਾ ਉਹਨਾਂ ਨੇ ਇਕੋਨਮੀ ਨੂੰ ਲੈ ਕੇ ਲਿਖਤਾਂ ਲਿਖੀਆਂ, ਬਕਾਇਦਾ ਉਹਨਾਂ ਨੇ ਉਸ ਵੇਲੇ ਜਿਹੜੇ ਇੰਟਰਨੈਸ਼ਨਲ ਅੰਤਰਰਾਸ਼ਟਰੀ ਜਿਹੜੇ ਹਾਲਾਤ ਸੀਗੇ, ਖਾਸ ਤੌਰ ਤੇ ਰੂਸ ਨੂੰ ਲੈ ਕੇ ਉਹ ਸਮਝ ਉਹਨਾਂ ਦੀ ਸੀਗੀ, ਉਹਨਾਂ ਦੇ ਬਾਰੇ ਉਹਨਾਂ ਨੇ ਲਿਖਤਾਂ ਲਿਖੀਆਂ। ਮੇਰਾ ਕਹਿਣ ਦਾ ਮਤਲਬ ਹੈ ਕਿ ਇੱਕ ਬਹੁਤ ਵੱਡੀ ਦੇਣ ਹੈ ਗਦਰੀ ਬਾਬਿਆਂ ਦੀ, ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ। ਉਸੇ ਲਾਈਨ ਦੇ ਵਿੱਚੋਂ ਹੀ, ਉਸੇ ਲੀਹ ਦੇ ਵਿੱਚੋਂ ਹੀ ਬਾਅਦ ਦੇ ਵਿੱਚ ਬਹੁਤ ਸਾਰੇ ਸਾਡੇ ਤੁਸੀਂ ਦੇਖੋਗੇ ਸ਼ਹੀਦ ਆਜ਼ਮ ਭਗਤ ਸਿੰਘ, ਇਹ ਵੀ ਉਸੇ ਲਾਈਨ ਨੂੰ ਪਰਨਾਏ ਹੋਏ, ਊਧਮ ਸਿੰਘ ਉਹਨਾਂ ਦੀ ਗੱਲ ਕਰਦੇ, ਸ਼ਹੀਦ ਊਧਮ ਸਿੰਘ ਜਾਂ ਹੋਰ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਇਸ ਮੂਵਮੈਂਟ ਤੋਂ ਪ੍ਰਭਾਵਿਤ ਹੋਏ ਔਰ ਉਹਨਾਂ ਨੇ ਸੱਚੀ ਮੁੱਚੀ ਦਾ ਜਿਹੜਾ ਇਨਕਲਾਬ ਸੀਗਾ ਉਹ ਲਿਆਉਣ ਦੀ ਇਸ ਖਿੱਤੇ ਦੇ ਵਿੱਚ। ਇਨਕਲਾਬ ਦੀ ਆਪਾਂ ਗੱਲ ਕਰਦੇ, ਜਿਵੇਂ ਗਦਰੀ ਬਾਬਿਆਂ ਨੂੰ ਇੱਕ ਪਾਸੇ ਤਾਂ ਇਹ ਜੋੜ ਦਿੱਤਾ ਜਾਂਦਾ ਕਿ ਗਦਰੀ ਬਾਬੇ ਸਿੱਖ ਉਹੀ ਗੱਲ ਪਰੰਪਰਾ ਦੇ ਨਾਲ ਜੁੜੇ ਰਹੀ ਹੈ ਨਾ, ਇੱਕ ਪਾਸੇ ਕਹਿੰਦੇ ਨੇ ਕਿ ਕਾਮਰੇਡ ਸੀ ਜਾਂ ਗਦਰੀ ਬਾਬੇ ਸੀ, ਪਰ ਗੁਰੂ ਦੇ ਸੱਚੇ ਸਿੱਖ, ਜੇ ਆਪਾਂ ਬਾਬੇ ਨਾਨਕ ਦੇ ਸੱਚੇ ਸਿੱਖ ਸੀ, ਜੋ ਕਹਿੰਦੇ ਨੇ ਕਿ ਵੀ ਉਹ ਜਿਹੜਾ ਤੁਸੀਂ ਪਹਿਲਾਂ ਵੀ ਗੱਲ ਕਰ ਰਹੇ, ਮੈਂ ਉਹੀ ਦੱਸਣਾ ਚਾਹਣਾ ਕਿ ਜਿਹੜੀ ਗੁਰੂ ਨਾਨਕ ਸਾਹਿਬ ਦੀ ਵਿਸ਼ੇਸ਼ ਤੌਰ ਤੇ ਫਿਲਾਸਫੀ ਹੈ, ਜਿਹੜੀ ਫਿਲਾਸਫੀ ਇਹ ਕਹਿੰਦੀ ਹੈ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੋਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਅਕਸਰ ਜਿਵੇਂ ਆਰਟੀਕਲ ਵੀ ਪੜ੍ਹਦੇ ਤਾਂ ਉੱਥੋਂ ਸ਼ੁਰੂ ਹੁੰਦੇ ਨੇ। ਉਹ ਬਕਾਇਦਾ ਤੌਰ ਤੇ ਜਦੋਂ ਗਦਰ ਅਖਬਾਰ ਵੀ ਛਾਪਦੇ ਸੀ ਤਾਂ ਇਹ ਲਾਈਨਾਂ 17 ਗੁਰਬਾਣੀ ਦੀਆਂ, ਗੁਰੂ ਨਾਨਕ ਸਾਹਿਬ ਦੀਆਂ ਪਹਿਲੇ ਪੰਨੇ ਦੇ ਉੱਤੇ ਲਿਖੀਆਂ ਜਾਂਦੀਆਂ ਸੀਗੀਆਂ। ਸੋ ਇੱਥੋਂ ਇਹ ਸਪਸ਼ਟ ਹੈ ਕਿ ਗਦਰੀ ਬਾਬੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਵੀ ਪ੍ਰਣਾਏ ਸੀਗੇ, ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਵੀ ਅੱਗੇ ਲੈ ਕੇ ਉਹ ਮਾਰਕਸਵਾਦ ਵੀ ਇਹੀ ਚਾਹੁੰਦਾ ਹੈ, ਬਰਾਬਰੀ ਦਾ ਸਿਧਾਂਤ, ਬਰਾਬਰੀ ਦਾ ਸਮਾਜ। ਸੋ ਇਸ ਕਰਕੇ ਕਈ ਵਾਰੀ ਉਹਨਾਂ ਨੂੰ ਬਹੁਤ ਖਾਸ ਖਾਨਿਆਂ ਦੇ ਵਿੱਚ ਬੰਨ੍ਹਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਬਕਾਇਦਾ ਤੌਰ ਤੇ ਮੈਂ ਫੇਰ ਕਹਾਂਗਾ ਕਿ ਗਦਰੀ ਬਾਬੇ ਸੱਚੀ ਮੁੱਚੀ ਦੇ ਇਨਕਲਾਬੀ ਸੀ। ਇਨਕਲਾਬ ਤੋਂ ਮਤਲਬ ਉਹਨਾਂ ਦਾ ਹੀ ਕਲੀਅਰ ਸੀਗਾ ਕਿ ਭਾਈ ਬਰਾਬਰੀ ਵਾਲਾ ਸਮਾਜ ਹੋਏਗਾ। ਜਦੋਂ ਆਜ਼ਾਦੀ ਮਿਲੇਗੀ ਤਾਂ ਹਰ ਬੰਦਾ ਜਿਹੜਾ ਹੈਗਾ ਉਹ ਆਰਥਿਕ ਪੱਖ ਤੋਂ, ਰਾਜਨੀਤਿਕ ਪੱਖ ਤੋਂ, ਧਾਰਮਿਕ ਪੱਖ ਤੋਂ, ਸਮਾਜਿਕ ਪੱਖ ਤੋਂ, ਹੋਰ ਬਹੁਤ ਸਾਰੇ ਪੱਖਾਂ ਤੋਂ ਬਰਾਬਰ ਹੋਏਗਾ। ਜਿਵੇਂ ਆਪਾਂ ਗਦਰ ਮੂਵਮੈਂਟ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਕਿਵੇਂ ਉਪਜੀ, ਜਿਵੇਂ ਦੁਆਬੇ ਦੀ ਤੁਸੀਂ ਗੱਲ ਕਰੋ, ਦੁਆਬਾ ਹੁਣ ਵੀ ਜੇ ਆਪਾਂ ਦੇਖ ਗਏ ਮੁਕਾਬਲਤਨ ਪੂਰੇ ਪੰਜਾਬ ਦੇ, ਤਾਂ ਦੁਆਬੇ ਵਿੱਚੋਂ ਬਹੁਤ ਲੋਕ ਵਿਦੇਸ਼ ਜਾਂਦੇ ਨੇ, ਤਾਂ ਉਹ ਸਮਾਂ ਵੀ ਸੀ ਜਦੋਂ ਦੁਆਬੀ ਹੀ ਜ਼ਿਆਦਾ ਜਾਂਦੇ ਹੁੰਦੇ ਸੀਗੇ, ਤੇ ਉਹਨਾਂ ਦੇ ਵਿੱਚੋਂ ਹੀ ਗਦਰੀ ਬਾਬੇ ਸੀ। ਤਾਂ ਇਹ ਕਿਵੇਂ ਪੈਦਾ ਹੋਈ ਗਦਰ ਮੂਵਮੈਂਟ, ਕਿਹੜੇ ਸਾਲਾਂ ਦੇ ਵਿੱਚ ਪੈਦਾ ਹੋਈ, ਤਾਂ ਕੀ ਮਾਹੌਲ ਸੀ ਉਦੋਂ ਦੇਸ਼ ਦਾ ਆਪਣਾ? ਉਦੋਂ ਵੱਡਾ ਕਾਰਨ ਦੁਆਬੇ ਦੇ ਲੋਕਾਂ ਦੇ ਜਾਣ ਦਾ ਇਹ ਬਣਿਆ ਕਿ ਜਿਹੜੀਆਂ ਜ਼ਮੀਨਾਂ ਸੀਗੀਆਂ ਉਹ ਥੋੜ੍ਹੀਆਂ ਜਿਹੜੀਆਂ ਸੀਗੀਆਂ, ਤੁਸੀਂ ਦੇਖੋਗੇ ਕਿ ਦੁਆਬੇ ਦੇ ਵਿੱਚ ਜਿਹੜੀਆਂ ਵੰਡ ਜਦੋਂ ਜ਼ਮੀਨਾਂ ਦੀ ਹੋਈ ਤਾਂ ਉਹ ਬਹੁਤ ਥੋੜ੍ਹੀਆਂ ਜ਼ਮੀਨਾਂ ਕਿਸਾਨਾਂ ਨੂੰ ਮਿਲਦੀਆਂ ਸੀਗੀਆਂ, ਜਿਹਦੇ ਕਰਕੇ ਬਹੁਤ ਜ਼ਿਆਦਾ ਕਰਜ਼ਾ ਚੜ੍ਹਦਾ ਸੀਗਾ, ਬਹੁਤ ਜ਼ਿਆਦਾ ਜਿਹੜੀ ਹੈਗੀ ਆ ਅੰਗਰੇਜ਼ ਸਾਮਰਾਜ ਲੁੱਟ ਕਰਦਾ ਸੀਗਾ। ਔਰ ਉਹਨਾਂ ਦਿੱਕਤਾਂ ਕਰਕੇ ਪਹਿਲੀ ਵਾਰੀ ਹੋਇਆ ਕਿ ਦੁਆਬੇ ਦੇ ਵਿੱਚੋਂ ਲੋਕਾਂ ਨੇ ਬਾਹਰ ਜਾਣਾ ਸ਼ੁਰੂ ਕੀਤਾ ਔਰ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਫੌਜਾਂ ਨਾਲ ਸੰਬੰਧਿਤ ਜਿਹੜੇ ਨਾਮ ਕੱਟੇ ਫੌਜੀ ਸੀਗੇ ਉਹ ਵੀ ਬਾਹਰ ਜਾਣੇ ਸ਼ੁਰੂ ਹੋਏ। ਇਸੇ ਤਰ੍ਹਾਂ ਜਦੋਂ ਜਿਹੜਾ ਅੰਗਰੇਜ਼ ਸਾਮਰਾਜ ਸੀਗਾ ਵੱਖ-ਵੱਖ ਮੁਲਕਾਂ ਦੇ ਵਿੱਚ ਆਪਣੀਆਂ ਫੌਜਾਂ ਭੇਜਦਾ ਸੀਗਾ, ਸਿੱਖਾਂ ਨੂੰ ਖਾਸ ਤੌਰ ਤੇ, ਪੰਜਾਬੀਆਂ ਨੂੰ ਭਰਤੀ ਕਰਕੇ, ਤਾਂ ਉਹ ਵੀ ਲੋਕ ਬਾਹਰ ਜਾਣ ਦੇ ਵਿੱਚ ਸ਼ਾਮਲ ਸੀਗੇ। ਸੋ ਜਦੋਂ ਉਹ ਬਾਹਰ ਗਏ ਤਾਂ ਉਹਨਾਂ ਨੂੰ ਇੱਕ ਨਵੀਂ ਚੇਤਨਾ ਦੀ ਜਿਹੜੀ ਹੈਗੀ ਸਮਝ ਆਈ। ਉਹਨਾਂ ਨੂੰ ਲੱਗਿਆ ਕਿ ਜਿਹੜੀ ਆਜ਼ਾਦੀ ਹੁੰਦੀ ਕੀ ਹੈ। ਜਦੋਂ ਉਹ ਬਾਹਰਲੇ ਮੁਲਕਾਂ 'ਚ ਗਏ, ਅਮਰੀਕਾ 'ਚ ਗਏ, ਇੰਗਲੈਂਡ 'ਚ ਗਏ, ਕੈਨੇਡਾ 'ਚ ਗਏ ਜਾਂ ਹੋਰ ਛੋਟੇ ਮੁਲਕਾਂ 'ਚ ਗਏ, ਤਾਂ ਉਹਨਾਂ ਨੂੰ ਅਹਿਸਾਸ ਹੋਇਆ ਕਿ ਯਾਰ ਇੱਥੇ ਤਾਂ ਲੋਕ ਆਜ਼ਾਦ ਰਹਿ ਰਹੇ ਨੇ, ਅਸੀਂ ਕਿਉਂ ਇੰਨੇ ਸਾਲਾਂ ਤੋਂ ਗੁਲਾਮ ਆ। ਸੋ ਜਦੋਂ ਉਹਨਾਂ ਨੇ ਉਹਦਾ ਤੁਲਨਾ ਕੀਤੀ ਆਪਣੇ ਸਾਰੇ ਸਿਸਟਮ ਦੇ ਨਾਲ, ਤਾਂ ਉਹਨਾਂ ਨੂੰ ਲੱਗਿਆ ਕਿ ਸਾਨੂੰ ਵੀ ਆਜ਼ਾਦ ਹੋਣ ਦੀ ਲੋੜ ਹੈ। ਸੋ ਉਹਨਾਂ ਨੇ ਉੱਥੇ ਜਾ ਕੇ ਇੱਕ ਨਵੀਂ ਮੂਵਮੈਂਟ ਖਾਸ ਤੌਰ ਤੇ ਅਮਰੀਕਾ ਕੈਨੇਡਾ ਦੇ ਵਿੱਚ ਜਾ ਕੇ ਉਭਾਰਿਆ, ਆਪਣੇ ਆਪ ਨੂੰ ਇਕੱਠਾ ਕੀਤਾ ਔਰ ਇਕੱਠਾ ਕਰਨ ਦੇ ਨਾਲ ਇੱਕ ਜਥੇਬੰਦੀ ਬਣਾਈ ਔਰ ਜਿਹੜੀ ਕਿ ਨਵੰਬਰ ਦੇ ਵਿੱਚ 13
1913 ਨੂੰ ਉਹ ਜਿਹੜੀ ਹੈਗੀ ਆ ਉਹ ਮਨਾਈ ਜਾਂਦੀ ਹੈ। ਔਰ ਬਹੁਤ ਸਾਰੇ ਜਿਹੜੇ ਨੇ ਉਸ ਚੀਜ਼ ਨੂੰ ਲੈ ਕੇ ਅੱਜ ਵੀ ਅਸੀਂ ਜਿਵੇਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਹੈ, ਜਾਂ ਜਿਹੜਾ ਹੈਗਾ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਲੌਂਗੋਵਾਲ ਦੇ ਵਿੱਚ ਇੱਕ ਪ੍ਰੋਗਰਾਮ ਕਰਾਇਆ ਜਾਂਦਾ ਹੈ, ਜਾਂ ਇੱਥੋਂ ਤੱਕ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਂ ਦੇ ਉੱਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਜੋ ਚੇਅਰ ਬਣੀ ਹੈ ਉਹਦੇ ਵੱਲੋਂ ਵੀ ਫੰਕਸ਼ਨ ਕਰਾਏ ਜਾਂਦੇ ਨੇ। ਜਿਵੇਂ ਬਾਬਾ ਸੋਹਣ ਸਿੰਘ ਭਕਨਾ ਹੁਣਾਂ ਦੀ ਆਪਾਂ ਗੱਲ ਕਰਦੇ ਹਾਂ, ਇੱਕ ਪਾਸੇ ਬਾਬਾ ਸੋਹਣ ਸਿੰਘ ਭਕਨਾ, ਦੂਜੇ ਪਾਸੇ ਕਰਤਾਰ ਸਰਾਭਾ, ਛੋਟੀ ਉਮਰ ਦਾ ਤੇ ਇੱਕ ਵੱਡੀ ਉਮਰ ਦੇ, ਹਨਾ, ਬਿਲਕੁਲ ਦੋਨਾਂ ਦੇ ਕੱਦ ਬਰਾਬਰ ਹੀ ਹੈ। ਜੇ ਆਪਾਂ ਦੇਖਦੇ ਹਾਂ ਕਿ ਮੂਵਮੈਂਟ ਦੇ ਵਿੱਚ ਉਹਨੇ ਯੋਗਦਾਨ ਬਰਾਬਰ ਦੇ ਨੇ, ਤਾਂ ਪੰਜਾਬ ਦੇ ਲੋਕ ਬਾਬਾ ਸੋਹਣ ਸਿੰਘ ਭਕਨਾ ਬਾਰੇ ਵੀ ਜਾਣਨਾ ਚਾਹੁੰਦੇ ਨੇ। ਕਰਤਾਰ ਸਰਾਭੇ ਦੀਆਂ ਤਸਵੀਰਾਂ ਲਾ ਤਾਂ ਲੈਂਦੇ ਆ, ਕਈ ਵਾਰੀ ਸਾਨੂੰ ਪਤਾ ਨਹੀਂ ਹੁੰਦਾ ਕਿ ਇਹ ਕਿਵੇਂ ਬਣੇ। 18 ਸਾਲ ਦਾ ਨੌਜਵਾਨ ਪੱਤਰਕਾਰ ਵੀ ਹੈ, ਪ੍ਰੈਸ ਦੇ ਕੰਮ ਵੀ ਕਰਦਾ, ਅਖਬਾਰ ਵੀ ਕੱਢਦਾ, ਲਿਖਦਾ ਵੀ ਹੈ, ਤੇ ਅੱਜ ਦੇ 18 ਸਾਲ ਦੇ ਨੌਜਵਾਨ ਬੁਲਟ ਦੇ ਪਟਾਕੇ ਪਾਉਂਦੇ ਫਿਰਦੇ ਆ। ਜੀ ਬਿਲਕੁਲ, ਪਹਿਲੀ ਗੱਲ ਤਾਂ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਉਹਨਾਂ ਨੂੰ ਬਾਬੇ ਕਿਉਂ ਕਿਹਾ ਹੈ। ਗਦਰੀ ਬਾਬਾ ਸ਼ਬਦ ਜਿਹੜਾ ਹੈਗਾ ਜੀ, ਇਹ ਇੱਕ ਵੱਡੀ ਉਮਰ ਦਾ ਪ੍ਰਤੀਕ ਹੈ, ਸਿਆਣਪ ਦਾ ਪ੍ਰਤੀਕ ਹੈ। ਸੋ ਇਸ ਕਰਕੇ ਉਹਨਾਂ ਨੂੰ ਜਿਵੇਂ ਉਸ ਵੇਲੇ ਤਾਂ ਲਗਭਗ ਸਾਰੇ ਛੋਟੇ ਸੀਗੇ, ਇਹ ਨੌਜਵਾਨ ਸੀਗੇ, ਨਵਾਂ ਖੂਨ ਸੀਗਾ, ਚਾਹੇ ਉਹ ਬਾਬਾ ਭਕਨਾ ਜੀ ਸੀ ਜਾਂ ਹੋਰ ਜਿਹੜੇ ਗਦਰੀ ਬਾਬੇ ਸੀਗੇ। ਉਹਨਾਂ ਇਹਦੇ ਬਾਵਜੂਦ ਉਹਨਾਂ ਨੂੰ ਜਦੋਂ ਲੱਗਿਆ ਕਿ ਗੱਲਾਂ ਜਿਹੜੀਆਂ ਕਰ ਰਹੇ ਸੀ ਉਸ ਵੇਲੇ ਵੱਡੀਆਂ ਗੱਲਾਂ ਕਰ ਰਹੇ ਸੀਗੇ, ਜਿਵੇਂ ਮੈਂ ਦੱਸਿਆ ਕਿ ਉਹਨਾਂ ਨੇ ਪਹਿਲੀ ਵਾਰੀ ਸੰਵਿਧਾਨ ਬਣਾਇਆ ਕਿ ਆਜ਼ਾਦੀ ਕਿਸ ਤਰ੍ਹਾਂ ਦੀ ਹੋਏਗੀ, ਇੱਕ ਸੰਵਿਧਾਨ ਹੋਣਾ ਚਾਹੀਦਾ ਹੈ। ਜਿੱਥੇ ਸਾਰੀਆਂ ਪਾਰਟੀਆਂ ਲੜ ਰਹੀਆਂ ਸੀ, ਬਿਲਕੁਲ ਕਾਂਗਰਸ ਦੀ ਗੱਲ ਕਰ ਰਹੇ ਹੋ, ਕਾਂਗਰਸ ਲੜ ਰਹੀ ਸੀਗੀ, ਉਹਨਾਂ ਕੋਲੇ ਇੱਕ ਉਹ ਨਹੀਂ ਸੀਗਾ, ਉਹਨਾਂ ਕੋਲੇ ਉਹ ਜਿਹੜਾ ਖਾਕਾ ਨਹੀਂ ਸੀਗਾ ਕਿ ਆਜ਼ਾਦੀ ਤੋਂ ਬਾਅਦ ਕਿੱਦਾਂ ਦਾ ਉਸ ਵੇਲੇ ਲੋਕ ਕਿਵੇਂ ਰਹਿਣਗੇ, ਹਾਂ, ਕਿ ਆਜ਼ਾਦੀ ਤੋਂ ਬਾਅਦ ਕਿੱਦਾਂ ਦਾ ਢਾਂਚਾ ਹੋਏਗਾ ਔਰ ਕਾਨੂੰਨ ਕੀ ਕਿੱਦਾਂ ਦੇ ਹੋਣਗੇ, ਜਾਂ ਹੋਰ ਜਿਹੜੀ ਸਮਾਜਿਕ ਬਰਾਬਰੀ ਹੋਏਗੀ ਉਹ ਕਿੱਦਾਂ ਦੀ ਹੋਏਗੀ। ਇਸ ਤਰ੍ਹਾਂ ਦਾ ਉਹਨਾਂ ਕੋਲੇ ਖਾਕਾ ਤਿਆਰ ਨਹੀਂ ਸੀ ਹਜੇ। ਪਰ ਪਹਿਲੀ ਵਾਰੀ ਇਹ ਵੱਡੀ ਗੱਲ ਜਿਹੜੀ ਸਮਝਣ ਵਾਲੀ ਹੈ ਕਿ ਚਾਹੇ ਉਹ ਝੰਡੇ ਦੀ ਗੱਲ ਹੋਵੇ, ਚਾਹੇ ਉਹ ਸੰਵਿਧਾਨ ਦੀ ਗੱਲ ਹੋਵੇ, ਗਦਰੀ ਬਾਬਿਆਂ ਨੇ ਉਸ ਵੇਲੇ ਜਦੋਂ ਉਹ ਬਹੁਤ ਛੋਟੀ ਉਮਰ ਦੇ ਸੀਗੇ, ਉਸ ਵੇਲੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਤਿਆਰ ਕੀਤਾ। ਔਰ ਕੱਲਾ ਆਪ ਤਿਆਰ ਨਹੀਂ ਹੋਏ, ਲੋਕਾਂ ਨੂੰ ਪੂਰੀ ਦੁਨੀਆ ਦੇ ਵਿੱਚ ਜਿਹੜੇ ਬੈਠੇ ਸੀਗੇ ਉਹਨਾਂ ਨੂੰ ਅਖਬਾਰਾਂ ਦੇ ਰਾਹੀਂ, ਗਦਰ ਅਖਬਾਰ ਦੇ ਰਾਹੀਂ, ਜਾਂ ਆਪਣੀਆਂ ਸਪੀਚਾਂ ਦੇ ਰਾਹੀਂ, ਜਾਂ ਹੋਰ ਬਹੁਤ ਸਾਰੇ ਢੰਗ ਤਰੀਕਿਆਂ ਦੇ ਰਾਹੀਂ ਉਹਨਾਂ ਨੂੰ ਨਾਲ ਵੀ ਜੋੜਿਆ ਔਰ ਉਹਨਾਂ ਨੂੰ ਚੇਤੰਨ ਵੀ ਕੀਤਾ। ਇਹੀ ਵੱਡੀ ਗੱਲ ਜਿਹੜੀ ਸੀਗੀ ਜਿਹਦੇ ਕਰਕੇ ਉਹਨਾਂ ਨੂੰ ਅੱਜ ਅਸੀਂ ਬਾਬੇ ਕਹਿੰਦੇ ਆ। ਸੋ ਗੱਲ ਜਦੋਂ ਭਕਨਾ ਜੀ ਦੀ ਆਉਂਦੀ ਹੈ ਤਾਂ ਭਕਨਾ ਜੀ ਨੂੰ ਪਹਿਲੇ ਪ੍ਰਧਾਨ ਜਦੋਂ ਇਹ ਗਦਰ ਪਾਰਟੀ ਬਣੀ ਉਹ ਬਣਾਇਆ ਗਿਆ, ਤਾਂ ਉਸ ਦੇ ਨਾਲ ਹੀ ਉਹਨਾਂ ਦਾ ਸਭ ਤੋਂ ਨੇੜਲਾ ਸਾਥੀ ਸਰਾਭਾ ਜੀ ਸੀਗੇ। ਔਰ ਜਿਵੇਂ ਤੁਸੀਂ ਦੱਸਿਆ ਬਹੁਤ ਛੋਟੀ ਉਮਰ ਦੇ ਹੋਣ ਕਰਕੇ ਉਹਨਾਂ ਦੇ ਵਿੱਚ ਜ਼ਿਆਦਾ ਫੁਰਤੀਲਾਪਨ ਜਿਹੜਾ ਸੀਗਾ ਬਹੁਤ ਜ਼ਿਆਦਾ ਸੀਗਾ, ਬਹੁਤ ਜ਼ਿਆਦਾ ਉਹ ਲੋਕਾਂ ਨੂੰ, ਚਾਹੇ ਸੰਗਠਨ ਦਾ ਤਰੀਕਾ ਹੋਵੇ ਉਹਦੇ ਵਿੱਚ ਮਾਹਿਰ ਸੀਗੇ, ਚਾਹੇ ਉਹਨਾਂ ਨੇ ਪ੍ਰੈਸ ਦੇ ਵਿੱਚ ਛਪਾਈ ਕਰਨੀ ਹੋਵੇ ਗਦਰ ਅਖਬਾਰ ਦੀ ਉਹਦੇ ਵਿੱਚ ਮਾਹਿਰ ਸੀਗੇ, ਇੱਥੋਂ ਤੱਕ ਕਿ ਜਹਾਜ਼ ਚਲਾਉਣ ਤੱਕ ਵੀ, ਪਾਇਲਟ ਦੀ ਵੀ ਉਹਨਾਂ ਨੇ ਸਿੱਖਿਆ ਲਈ। ਹੋਰ ਖਾਸ ਤੌਰ ਤੇ ਜਿਹੜਾ ਪੰਜਾਬ ਨੂੰ ਜਾਂ ਹਿੰਦੁਸਤਾਨ ਨੂੰ ਸਮਝਣਾ ਕਿਵੇਂ ਹੈ, ਉਹਦੀ ਆਰਥਿਕਤਾ ਨੂੰ ਸਮਝ ਕੇ, ਜਾਂ ਹੋਰ ਸਾਰੀਆਂ ਚੀਜ਼ਾਂ ਨੂੰ, ਈਵਨ ਇੱਥੋਂ ਤੱਕ ਕਿ ਕਵਿਤਾ ਦੇ ਰਾਹੀਂ ਕਿਵੇਂ ਲੋਕਾਂ ਨੂੰ ਚੇਤਨ ਕਰਨਾ ਹੈ, ਗਦਰੀ ਕਾਵ ਜਿਹਨੂੰ ਕਿਹਾ ਜਾਂਦਾ ਹੈ, ਗਦਰੀ ਗੁੰਜਾਂ ਦੇ ਰਾਹੀਂ ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਕਰਨ ਦੀ ਕੋਸ਼ਿਸ਼ ਕੀਤੀ। ਔਰ ਸਮਾਜ ਨੂੰ ਪਹਿਲੇ ਵਾਰੀ ਦੱਸਿਆ ਕਿ ਜੇਕਰ ਅਸੀਂ ਆਜ਼ਾਦੀ ਲੈ ਕੇ ਆਉਣੀ ਹੈ ਤਾਂ ਇਹਨਾਂ ਚੀਜ਼ਾਂ ਦੇ ਉੱਤੇ ਕੰਮ ਕਰਨਾ ਪਏਗਾ, ਤੁਹਾਨੂੰ ਸੰਗਠਨ ਵੀ ਬਣਾਉਣਾ ਪਏਗਾ, ਤੁਹਾਨੂੰ ਸਾਹਿਤਕਾਰਾਂ ਨੂੰ ਵੀ ਨਾਲ ਜੋੜਨਾ ਪਏਗਾ, ਤੁਹਾਨੂੰ ਜਿਹੜਾ ਹੈਗਾ ਸੰਵਿਧਾਨ ਵੀ ਬਣਾਉਣਾ ਪਏਗਾ, ਤੁਹਾਨੂੰ ਆਪਣਾ ਇੱਕ ਚਿੰਨ੍ਹ ਜਿਹੜਾ ਹੈਗਾ ਝੰਡੇ ਦਾ, ਝੰਡੇ ਦੇ ਵਿੱਚ ਕਿਹੜੇ ਚਿੰਨ੍ਹ ਲੱਗੇ ਨੇ, ਤਲਵਾਰਾਂ ਦੇ ਨਿਸ਼ਾਨ ਜਿਹੜੇ ਨੇ ਉਹਨਾਂ ਨੇ ਚਿੰਨ੍ਹ ਪਹਿਲੀ ਵਾਰੀ ਦਿੱਤੇ। ਇਹ ਇੱਥੋਂ ਕੀ ਲੱਗਦਾ ਹੈ ਕਿ ਉਹ ਆਪਣੀ ਵੱਡੀ ਗੱਲ ਜਿਹੜੀ ਹੈਗੀ ਆਪਣੀ ਵਿਰਾਸਤ ਨੂੰ ਨਾਲ ਲੈ ਕੇ, ਜਿਹੜੀ ਸਾਡੀ ਇਨਕਲਾਬੀ ਵਿਰਾਸਤ ਹੈ, ਖਾਸ ਤੌਰ ਤੇ ਪੰਜਾਬ ਦੀ ਸਿੱਖੀ ਦੀ ਇਨਕਲਾਬੀ ਵਿਰਾਸਤ ਹੈ, ਉਹਨੂੰ ਨਾਲ ਲੈ ਕੇ ਗਦਰੀ ਬਾਬੇ ਪਹਿਲੀ ਵਾਰੀ ਚੱਲੇ। ਔਰ ਬਾਅਦ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਆਈਆਂ, ਮੈਂ ਉਹਦੇ ਆਪਾਂ ਹਜੇ ਗੱਲ ਨਹੀਂ ਕਰਾਂਗੇ, ਪਰ ਜਿਹੜੀ ਕੰਟਰੀਬਿਊਸ਼ਨ ਹੈ, ਜਿਹੜੀ ਦੇਣ ਹੈ ਗਦਰੀ ਬਾਬਿਆਂ ਦੀ, ਜਿਹਦੇ ਵਿੱਚ ਸੋਹਣ ਸਿੰਘ ਭਕਨਾ ਹੋਰਾਂ ਦੀ, ਔਰ ਖਾਸ ਤੌਰ ਤੇ ਸ਼ਹੀਦ ਆਜ਼ਮ ਕਰਤਾਰ ਸਿੰਘ ਸਰਾਭਾ ਜੀ ਦੀ। ਮੈਂ ਸ਼ਹੀਦ ਆਜ਼ਮ ਇਸ ਲਈ ਕਹਿ ਰਿਹਾ ਕਿ ਪਹਿਲੀ ਵਾਰੀ ਸੀਗਾ ਕਿ ਇੰਨੀ ਛੋਟੀ ਉਮਰ ਦਾ ਬੱਚਾ ਜਿਹੜਾ ਕਿ ਪਰਪੱਕ ਹੈ ਹਰ ਹਾਲਤ ਦੇ ਵਿੱਚ, ਹਰ ਤਰ੍ਹਾਂ ਦੇ ਨਾਲ, ਔਰ ਉਹਨਾਂ ਦੀ ਬਾਰ-ਬਾਰ ਜਦੋਂ ਜਿਹੜੀ ਵੀ ਡਿਊਟੀ ਲਾਈ ਜਾਂਦੀ ਹੈ ਉਹਨੂੰ ਉਹ ਬਹੁਤ ਸ਼ਿੱਦਤ ਨਾਲ ਨਿਭਾਉਂਦੇ ਆ। ਇਸ ਕਰਕੇ ਉਹ ਆਪਣੀ ਛੋਟੀ ਉਮਰ ਦੇ ਵਿੱਚ ਵੀ ਵੱਡੀਆਂ ਕੁਰਬਾਨੀਆਂ ਕਰਨ ਵਾਲੇ ਜਿਹੜੇ ਨੇ ਉਹ ਸ਼ਖਸ ਬਣਦੇ ਨੇ। ਸੋ ਇਹਨਾਂ ਨੂੰ ਸਾਨੂੰ ਯਾਦ ਕਰਨਾ ਚਾਹੀਦਾ। ਅੱਜ ਦੀ ਪੀੜ੍ਹੀ ਨੂੰ ਵਿਸ਼ੇਸ਼ ਤੌਰ ਤੇ, ਜਿਵੇਂ ਤੁਸੀਂ ਕਿਹਾ, ਜਿਹੜੀ ਪਟਾਕਿਆਂ ਤੱਕ ਸੀਮਿਤ ਹੈ ਜਾਂ ਹੋਰ ਬਹੁਤ ਸਾਰੇ ਜਿਹੜੇ ਨੇ ਵਿਗਾੜ ਸਾਡੀ ਪੀੜ੍ਹੀ ਦੇ ਵਿੱਚ ਆ ਚੁੱਕੇ ਨੇ, ਉਹਨਾਂ ਨੂੰ ਇਹਨਾਂ ਗਦਰੀ ਬਾਬਿਆਂ ਤੋਂ, ਵਿਸ਼ੇਸ਼ ਤੌਰ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਤੋਂ ਸੇਧ ਲੈਣ ਦੀ ਲੋੜ ਹੈ, ਉਹਨਾਂ ਤੋਂ ਸਿੱਖਣ ਦੀ ਲੋੜ ਹੈ। ਔਰ ਉਹਨਾਂ ਦੇ ਜੋ ਸੁਪਨੇ ਸੀਗੇ, ਸੁਪਨੇ ਕੀ ਸੀਗੇ? ਸੁਪਨੇ ਇਹੀ ਸੀਗੇ ਜੋ ਬਾਅਦ ਦੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਦੇ ਬਣੇ, ਜੋ ਸ਼ਹੀਦ ਊਧਮ ਸਿੰਘ ਦੇ ਬਣੇ, ਜਾਂ ਹੋਰ ਬਹੁਤ ਸਾਰੇ ਇਨਕਲਾਬੀਆਂ ਦੇ ਬਣੇ। ਅੱਜ ਉਹਨਾਂ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਦੀ ਲੋੜ ਹੈ, ਔਰ ਉਹ ਲੋੜ
ਤਾਂ ਹੀ ਪੂਰੀ ਹੋਏਗੀ ਜੇਕਰ ਨੌਜਵਾਨ ਜਿਹੜੇ ਨੇ ਉਹ ਇਹਨਾਂ ਦੀਆਂ ਜੀਵਨੀਆਂ ਨੂੰ ਪੜ੍ਹਨਗੇ, ਇਹਨਾਂ ਬਾਰੇ ਸੁਣਨਗੇ, ਇਹਨਾਂ ਬਾਰੇ ਸੋਚਣਗੇ, ਇਹਨਾਂ ਬਾਰੇ ਇਹਨਾਂ ਦੇ ਨਕਸ਼ੇ ਕਦਮਾਂ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰਨਗੇ। ਜਿਵੇਂ ਬਾਬਾ ਸੋਹਣ ਸਿੰਘ ਭਕਨਾ ਹੋਣਾ ਦਾ ਜਿਹੜਾ ਆਖਰੀ ਸਮਾਂ ਜੀ ਜਾਂ ਜੇਲ੍ਹ ਦੇ ਵਿੱਚ ਬਿਤਾਏ ਜੋ ਉਹ ਪਲ ਨੇ, ਜਦੋਂ ਛੋਟੀ ਜਿਹੀ ਕੋਠੜੀ 'ਚ ਉਹਨਾਂ ਨੂੰ ਰੱਖਿਆ ਜਾਂਦਾ, ਉਹ ਸਮੇਂ ਬਾਰੇ ਵੀ ਥੋੜਾ ਜਿਹਾ ਦੱਸ ਦਿਓ ਤਾਂ ਕਿ ਜਿਹੜੇ ਨੌਜਵਾਨ ਹੈ ਸਮਝ ਸਕਣ ਕਿ ਸਾਡੇ ਲਈ ਕਿੰਨੀਆਂ ਕੁਰਬਾਨੀਆਂ ਕੀਤੀਆਂ ਨੇ ਇਹਨਾਂ ਲੋਕਾਂ ਨੇ। ਦੇਖੋ ਬਾਬਾ ਭਕਨਾ ਜੀ ਨੇ ਇਹ ਨਹੀਂ ਹੋਇਆ ਕਿ 47 ਤੱਕ ਹੀ ਜਿਹੜੀ ਸੀਗੀ ਆਪਣੀ ਕੁਰਬਾਨੀ ਕੀਤੀ। ਉਹਨਾਂ ਨੇ ਜਦੋਂ ਮੁਲਕ ਆਜ਼ਾਦ ਵੀ ਹੋ ਗਿਆ ਜੀ, ਇਹਦੇ ਬਾਵਜੂਦ ਜਿੰਨੀ ਦੇਰ ਉਹਨੂੰ ਲੱਗਦਾ ਸੀਗਾ ਕਿ ਮੇਰੇ ਸੁਪਨਾ ਪੂਰਾ ਨਹੀਂ ਹੁੰਦਾ ਗਦਰੀ ਬਾਬਿਆਂ ਦਾ ਔਰ ਬਰਾਬਰੀ ਦਾ ਸਮਾਜ ਹਿੰਦੁਸਤਾਨ ਦੇ ਵਿੱਚ ਨਹੀਂ ਬਣਦਾ, ਉਨੀ ਦੇਰ ਉਹਨਾਂ ਨੇ ਆਪਣੀ ਜੰਗ ਜਾਰੀ ਰੱਖੀ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਆਜ਼ਾਦੀ ਤੋਂ ਹੁਣ ਤਾਂ ਆਜ਼ਾਦੀ ਮਿਲ ਗਈ, ਹੁਣ ਤਾਂ ਤੁਹਾਨੂੰ ਘਰੇ ਬੈਠਣਾ ਚਾਹੀਦਾ, ਫਿਰ ਵੀ ਤੁਸੀਂ ਬਹੁਤ ਵੱਡੀਆਂ ਸਟਰਗਲਸ, ਬਹੁਤ ਵੱਡੇ ਸੰਘਰਸ਼ ਲੜ ਰਹੇ ਹੋ। ਉਹਨਾਂ ਨੇ ਕਿਹਾ ਕਿ ਯਾਰ ਮੈਨੂੰ ਇੰਨਾ ਅੰਗਰੇਜ਼ ਸਾਮਰਾਜ ਨੇ ਨਹੀਂ ਸੀ ਝੁਕਾਇਆ ਜਿੰਨੀ ਮੈਨੂੰ ਆਪਣੇ ਜਿਹੜੇ ਸਾਡੇ ਆਪਣੇ ਅੰਗਰੇਜ਼ ਨੇ, ਕਾਲੇ ਅੰਗਰੇਜ਼ ਨੇ, ਉਹਨਾਂ ਦੀਆਂ ਯਾਤਨਾਵਾਂ, ਉਹਨਾਂ ਦੇ ਤਸ਼ੱਦਦ ਨੇ ਮੈਨੂੰ ਝੁਕਾਤਾ। ਸੋ ਸਾਰੀ ਪਿੱਠ ਜਿਹੜੀ ਉਹਨਾਂ ਦੀ ਝੁਕੀ, ਜਿਹੜੀ ਫੋਟੋ ਤੁਸੀਂ ਦੇਖਦੇ ਹੋ ਝੁਕੀ ਹੋਈ ਪਿੱਠ ਵਾਲੀ, ਉਹ ਇਹੀ ਕਹਿੰਦੇ ਸੀ ਕਿ ਇਹਨਾਂ ਦੇ ਜਿਹੜੇ ਮਤਲਬ ਪ੍ਰਤੀਕਾਤਮਕ ਆਪਾਂ ਦੇਖੀਏ ਵੀ ਜਿਹੜਾ ਆਜ਼ਾਦੀ ਦਾ ਇਹਦਾ ਮਤਲਬ, ਇਹਦਾ ਪ੍ਰਤੀਕ ਇਹੀ ਹੈ ਕਿ ਉਹਨਾਂ ਦੇ ਸੁਪਨਿਆਂ ਦੀ ਆਜ਼ਾਦੀ ਸਾਨੂੰ ਨਹੀਂ ਸੀ ਮਿਲੀ। ਗਦਰੀ ਬਾਬਿਆਂ ਦੀ ਜਾਂ ਆਪਾਂ ਕਹਿੰਦੇ ਸੋਹਣ ਸਿੰਘ ਭਕਨਾ ਦੀ ਜਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਜਾਂ ਸ਼ਹੀਦ ਆਜ਼ਮ ਭਗਤ ਸਿੰਘ ਦੀ ਜਾਂ ਊਧਮ ਸਿੰਘ ਦੀ ਦਾ ਜੋ ਸੁਪਨਾ ਸੀਗਾ ਆਜ਼ਾਦੀ ਦੇ ਬਾਰੇ, ਜੋ ਉਹਨਾਂ ਨੇ ਸੰਵਿਧਾਨ ਲਿਖੇ ਸੀਗੇ, ਜੋ ਉਹਨਾਂ ਨੇ ਕਸਮਾਂ ਖਾਧੀਆਂ ਸੀਗੀਆਂ ਆਜ਼ਾਦੀ ਨੂੰ ਲੈ ਕੇ, ਉਹ ਕਸਮਾਂ ਪੂਰੀਆਂ ਨਹੀਂ ਹੋ ਸਕੀਆਂ, ਜਿਹਦੇ ਕਰਕੇ ਉਹਨਾਂ ਨੂੰ ਬਾਰ-ਬਾਰ ਸਟਰਗਲ ਜਿਹੜੀ ਹੈਗੀ ਆਜ਼ਾਦੀ ਤੋਂ ਬਾਅਦ ਵੀ ਲੜਨੀ ਪਈ ਔਰ ਉਹ ਜੇਲ੍ਹਾਂ 'ਚ ਵੀ ਗਏ। ਜਿਵੇਂ ਤੁਸੀਂ ਦੱਸਿਆ ਕਿ ਉਹ ਛੋਟੀ ਜਿਹੀ ਕੁਟੀਆ ਦੇ ਵਿੱਚ ਰਹਿੰਦੇ ਰਹੇ ਔਰ ਆਪਣਾ ਜੀਵਨ ਜਿਹੜਾ ਸੀਗਾ ਉਹ ਬਹੁਤ ਸਾਦਾ ਕਿਸਮ ਦੇ ਨਾਲ ਔਰ ਬਹੁਤ ਹੀ ਸਟਰਗਲ ਵਾਲਾ ਸੰਘਰਸ਼ਪੂਰਨ ਜੀਵਨ ਉਹਨਾਂ ਨੇ ਅਖੀਰੀ ਦਮ ਤੱਕ ਜਿਹੜਾ ਹੈਗਾ ਸੀ ਉਹ ਬਿਤਾਇਆ। ਇਹ ਨਵੰਬਰ ਦਾ ਮਹੀਨਾ ਹੈਗਾ ਤੇ ਨਵੰਬਰ ਦੇ ਮਹੀਨੇ 'ਚ 1 ਨਵੰਬਰ ਨੂੰ ਗਦਰੀ ਬਾਬਿਆਂ ਦਾ ਮੇਲਾ ਜਲੰਧਰ ਲੱਗਦਾ ਹੈ। ਪੂਰੇ ਪੰਜਾਬ ਚੋਂ ਲੋਕ ਜਾਂਦੇ ਨੇ, ਕਿਤਾਬਾਂ ਵੀ ਹੁੰਦੀਆਂ ਨੇ ਉੱਥੇ, ਨਾਟਕਾਂ ਭਰੀ ਰਾਤ ਵੀ ਹੁੰਦੀ ਹੈ, ਗੀਤ ਸੰਗੀਤ ਵੀ ਹੁੰਦਾ ਹੈਗਾ, ਹਰ ਸਾਲ ਹੁੰਦਾ। ਕਈ ਵਾਰੀ ਮੈਂ ਮਹਿਸੂਸ ਕਰਦਾ ਹੁੰਦਾ ਕਿ ਕੁਛ ਜਿਹੜੇ ਮੇਰੇ ਕਰੀਬੀ ਮਿੱਤਰ ਨੇ, ਜਾਂ ਮੈਂ ਆਪਣੇ ਪਿੰਡ ਦੀ ਜਦੋਂ ਗੱਲ ਕਰਦਾ, ਮੇਰਾ ਇੱਕ ਮਿੱਤਰ ਹੈ, ਉਹਨੇ ਸਾਲ 'ਚ ਸਿਰਫ 1 ਵਾਰੀ ਜਾਣਾ ਹੁੰਦਾ ਗਦਰੀ ਬਾਬੇ। ਸਿਰਫ ਮਤਲਬ ਆਪਾਂ ਜਦੋਂ ਇੱਕ ਕਹਿੰਦੇ ਕੱਟੜਤਾ ਵਾਲੀ ਗੱਲ ਜਦੋਂ ਕਰਦੇ ਹਾਂ ਕਿ ਵੀ ਕੱਟੜਤਾ ਕਿਸੇ ਪਾਸੇ ਵੀ ਮਾੜੀ ਹੈ ਕਿ ਅਸੀਂ ਜੇ ਗੁਰੂ ਘਰ ਵੀ ਜਾਂਦੇ ਹਾਂ ਤਾਂ ਅਸੀਂ ਸਿਰਫ ਵਿਚਾਰ ਨਾਲ ਜੁੜਨ ਦੀ ਬਜਾਏ ਗੁਰੂ ਘਰ ਮੱਥਾ ਟੇਕਣ ਤੱਕ ਹੀ ਸੀਮਤ ਰਹਿ ਜਾਂਦੇ ਹਾਂ। ਇਹ ਗਦਰੀ ਬਾਬਿਆਂ ਦੇ ਮੇਲੇ ਤੇ ਵੀ ਕਈ ਵਾਰੀ ਵਾਪਰ ਜਾਂਦਾ ਕਿ ਬੰਦੇ ਜਾਂਦੇ ਨੇ, ਇੱਕ ਦਿਨ ਗਏ, ਇਨਕਲਾਬ ਜਿੰਦਾਬਾਦ ਹੋਈ ਤੇ ਅਗਲੇ ਦਿਨ ਆ ਕੇ ਫਿਰ ਦੁਕਾਨ ਤੇ ਬੈਠੇ ਹੁੰਦੇ ਆ। ਮਸਲਾ ਤਾਂ ਉੱਥੇ ਹੀ ਖੜਾ ਹੁੰਦਾ ਗਾ। ਬਿਲਕੁਲ, ਦੇਖੋ ਜਿੱਥੋਂ ਤੱਕ ਗਦਰੀ ਬਾਬਿਆਂ ਦਾ ਸੰਦੇਸ਼ ਦਾ ਸੰਬੰਧ ਹੈ, ਉਹਨਾਂ ਦਾ ਸੰਦੇਸ਼ ਇਹੀ ਹੈ ਕਿ ਭਾਈ ਇੱਕ ਦਿਨ ਦੀ ਗੱਲ ਨਹੀਂ ਹੈ, ਇੱਕ ਦਿਨ ਦੀ ਗੱਲ ਨਹੀਂ, ਇਹ ਗੱਲ ਚੇਤਨਾ ਦੀ ਹੈ। ਜੇ ਤੁਸੀਂ ਗਦਰੀ ਬਾਬਿਆਂ ਦੀ ਵਾਰਤਕ ਪੜ੍ਹ ਲਓ, ਉਹਨਾਂ ਦੀ ਕਵਿਤਾ ਪੜ੍ਹ ਲਓ, ਉਹਨਾਂ ਦੇ ਅਖਬਾਰ ਪੜ੍ਹ ਲਓ, ਗਦਰ ਅਖਬਾਰ ਪੜ੍ਹ ਲਓ, ਜਾਂ ਹੋਰ ਜਿੰਨੇ ਵੀ ਉਹਨਾਂ ਨੇ ਪੈਂਫਲੇਟ ਛਾਪੇ ਉਸ ਵੇਲੇ, ਉਹਨਾਂ ਨੂੰ ਪੜ੍ਹ ਲਓ। ਉਹਨਾਂ ਤੋਂ ਇਹੀ ਸਾਨੂੰ ਪਤਾ ਲੱਗਦਾ ਹੈ ਕਿ ਜਿਹੜੀ ਸੰਘਰਸ਼ ਹੈ ਉਹ ਨਿਰੰਤਰਤਾ ਦਾ ਨਾਂ ਹੈ। ਤੁਹਾਨੂੰ ਇਹ ਨਹੀਂ ਹੈ ਕਿ ਇੱਕ ਦਿਨ ਇਹਨੂੰ ਤੁਸੀਂ ਇੱਕ ਬਣਾ ਕੇ ਮਤਲਬ ਮੇਲੇ ਬਣਾ ਕੇ ਮੇਲਾ ਲੱਗਣਾ ਚਾਹੀਦਾ, ਮੇਲਾ ਲੱਗਣਾ ਚਾਹੀਦਾ, ਬਟ ਇਹਦੇ ਇਹ ਨਹੀਂ ਹੈ ਕਿ ਤੁਸੀਂ ਸਾਲ ਬਾਅਦ ਹੀ ਮਿਲੋ ਉੱਥੇ, ਸਾਲ ਬਾਅਦ ਹੀ ਆਪਾਂ ਨੂੰ ਇਹ ਤਾਂ ਇੱਕ એનર્ਜੀ ਲੈਣ ਦਾ ਸਾਧਨ ਹੈ ਕਿ ਤੁਸੀਂ એનર્ਜੀ ਲਈ ਮੇਲੇ ਤੇ ਗਏ, ਸਿੱਖੇ, ਸਿਖਾਏ, ਤੇ ਉਸ ਤੋਂ ਬਾਅਦ ਕੰਮ ਸ਼ੁਰੂ ਕੀਤਾ ਲੋਕਾਂ 'ਚ। ਮੈਂ ਵੀ ਨਹੀਂ ਕਹਿੰਦਾ ਕਿ ਰੋਜ਼ ਕੰਮ ਕਰਨਾ, ਇਹ ਲਗਾਤਾਰ ਤੁਹਾਡੀ ਪ੍ਰੈਕਟਿਸ ਹੋਣੀ ਚਾਹੀਦੀ। ਇਹ ਲਗਾਤਾਰ ਇੱਕ ਸੋਚ ਜਿਹੜੀ ਤੁਹਾਡੀ ਹੈ ਕਿ ਭਾਈ ਅਸੀਂ ਚੰਗਾ ਸਮਾਜ ਬਣਾਉਣਾ ਹੈ, ਬਰਾਬਰੀ ਵਾਲਾ ਸਮਾਜ ਬਣਾਉਣਾ ਹੈ, ਜੋ ਗਦਰੀ ਬਾਬਿਆਂ ਦਾ ਸੁਪਨਾ ਸੀਗਾ ਉਹ ਸਮਾਜ ਨੂੰ ਸਿਰਜਣਾ ਹੈ, ਉਹ ਲਗਾਤਾਰਤਾ ਜਿਹੜੀ ਹੈਗੀ ਹੈ ਉਹ ਬਹੁਤ ਜ਼ਰੂਰੀ ਹੈ। ਔਰ ਇਹੀ ਕਾਰਨ ਹੈ, ਜਿਵੇਂ ਤੁਸੀਂ ਆਪਾਂ ਲੌਂਗੋਵਾਲ ਦੀ ਗੱਲ ਕੀਤੀ ਸੀਗੀ, ਕਿ ਇਹ ਜਿਹੜੇ ਮੇਲੇ ਨੇ ਇਹ ਹਰ ਮਹੀਨੇ ਹਰ ਦਿਨ ਲੱਗਣੇ ਚਾਹੀਦੇ ਨੇ। ਗੱਲ ਹਰ ਦਿਨ ਹੋਣੀ ਚਾਹੀਦੀ। 12,000 ਪਿੰਡ ਹੈ, 12,500 ਪੰਜਾਬ ਦਾ। ਜੇਕਰ ਇੱਕ ਪਿੰਡ ਦੇ ਵਿੱਚ ਜਾਂ ਕੁਝ ਪਿੰਡ ਨੂੰ ਮਿਲਾ ਕੇ ਹਰ ਰੋਜ਼ ਵੀ ਮੇਲੇ ਲੱਗਣ, ਹਰ ਰੋਜ਼ ਗੱਲ ਹੋਵੇ, ਕਿਉਂਕਿ ਜਿੱਥੇ-ਜਿੱਥੇ ਗਦਰੀ ਬਾਬੇ ਜਾਂ ਜਿੱਥੇ-ਜਿੱਥੇ ਦੇਸ਼ ਭਗਤ ਬੈਠੇ ਨੇ, ਉਹਨਾਂ ਦੇ ਪਿੰਡਾਂ ਦੇ ਨਾਂ ਦੇ ਉੱਤੇ ਜਾਂ ਉਹਨਾਂ ਦੇ ਆਲੇ ਦੁਆਲੇ ਜੇ ਲੋਕ ਇਕੱਠੇ ਹੋ ਕੇ ਉਹਨਾਂ ਦੀਆਂ ਯਾਦਾਂ ਮਨਾਉਣ ਔਰ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਕੋਈ ਨਾ ਕੋਈ ਉਹ ਕੋਸ਼ਿਸ਼ ਕਰਨ, ਤਾਂ ਲਾਜ਼ਮੀ ਤੌਰ ਤੇ ਜੇਕਰ ਇਹ ਵੱਖ-ਵੱਖ ਪਿੰਡਾਂ ਦੇ ਵਿੱਚ ਚੇਤਨਾ ਪੈਦਾ ਹੁੰਦੀ ਹੈ ਤਾਂ ਇਹ ਇੱਕ ਵੱਡਾ ਜਿਹੜਾ ਹੈਗਾ ਗਦਰੀ ਬਾਬਿਆਂ ਦਾ ਸੁਪਨਾ ਪੂਰਾ ਹੋ ਸਕਦਾ ਹੈ। ਸੋ ਇਸ ਕਰਕੇ ਅੱਜ ਸਾਨੂੰ ਬਜਾਏ ਇੱਕ ਦਿਨ ਦੇ ਜਾਂ 2 ਜਾਂ 3 ਦਿਨਾਂ ਦੇ, ਇਹ ਲਗਾਤਾਰਤਾ ਦੇ ਵਿੱਚ ਸਾਨੂੰ
ਪਿੰਡ ਪਿੰਡ ਗਦਰੀ ਬਾਬਿਆਂ ਦੇ ਜਿਹੜੇ ਨੇ ਮੇਲੇ ਉਹ ਲੱਗਣੇ ਚਾਹੀਦੇ ਨੇ ਔਰ ਉੱਥੋਂ ਚੇਤਨਾ ਪੈਦਾ ਹੋਣੀ ਚਾਹੀਦੀ ਹੈ। ਇਸ ਕਰਕੇ ਬਹੁਤ ਇੱਕ ਵੱਡਾ ਲੰਬਾ ਸੰਘਰਸ਼ ਹੈ ਇਹ ਔਰ ਹੌਲੀ ਹੌਲੀ ਇਹ ਪੂਰਾ ਹੋ ਸਕਦਾ ਹੈ। ਜਿੱਥੇ ਆਪਾਂ ਗੁਰੂ ਸਾਹਿਬਾਨ ਦੀ ਗੱਲ ਕਰਦੇ ਡਾਕਟਰ ਜੀ। ਸਾਹਿਬ, ਉਹਨਾਂ ਨੇ ਵੀ ਕਿਹਾ ਕਿ ਸ਼ਬਦ ਗੁਰੂ, ਜੀ ਗਦਰੀ ਬਾਬੇ ਵੀ ਸਿੱਖਿਆ ਨਾਲ ਜੋੜਨ ਦੀ ਗੱਲ ਕਰਦੇ ਨੇ। ਭਗਤ ਸਿੰਘ ਵੀ ਪੜ੍ਹਨ ਦੀ ਗੱਲ ਕਰਦਾ ਜਦੋਂ ਆਖਰੀ ਪੰਨਾ ਮੋੜਦਾ ਜੀ। ਹੈਗਾ। ਤਾਂ ਪੜ੍ਹਨ ਦੀ ਗੱਲ ਜਦੋਂ ਆਪਾਂ ਕਰਦੇ ਹਾਂ, ਨੌਜਵਾਨ ਅੱਜ ਪੜ੍ਹਨਾ ਛੱਡ ਗਏ ਨੇ, ਨੌਜਵਾਨ ਨਹੀਂ ਪੜ੍ਹਦੇਗੇ, ਪਰ ਜਿਹੜੇ ਪੜ੍ਹਦੇ ਨੇ, ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਕਿ ਵੀ ਕਿਤਾਬ ਖਰੀਦਦੇ ਨੇ, ਕੱਲਾ ਆਪਣੇ ਤੱਕ ਸੀਮਤ ਰੱਖਣਾ ਜ਼ਰੂਰੀ ਹੈ ਕਿ ਲੋਕਾਂ 'ਚ ਵੀ ਪ੍ਰਚਾਰ ਕਰਨਾ ਚਾਹੀਦਾ? ਦੇਖੋ, ਕਿਤਾਬ ਦਾ ਉਨੀ ਦੇਰ ਕੋਈ ਵੈਲਿਊ ਨਹੀਂ ਹੈ ਜਾਂ ਐਜੂਕੇਸ਼ਨ ਜਾਂ ਵਿੱਦਿਆ। ਆਪਾਂ ਗੁਰੂ ਨਾਨਕ ਸਾਹਿਬ ਫਿਰ ਮੈਨੂੰ ਯਾਦ ਆਉਂਦੇ ਨੇ, ਉਹਨਾਂ ਨੇ ਕਿਹਾ ਕਿ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ। ਜਿੰਨੀ ਦੇਰ ਐਜੂਕੇਸ਼ਨ ਪਰਉਪਕਾਰ ਨਹੀਂ ਕਰਦੀ, ਸਮਾਜ ਦਾ ਭਲਾ ਨਹੀਂ ਕਰਦੀ, ਉਨੀ ਦੇਰ ਉਹਦੀ ਕੋਈ ਵੈਲਿਊ ਨਹੀਂ ਹੈ ਜੀ। ਸੋ ਇਸ ਕਰਕੇ ਉਨੀ ਦੇਰ ਉਹ ਹੰਕਾਰ ਬਣ ਜਾਂਦੀ ਹੈ। ਜੇਕਰ ਉਸ ਵਿੱਦਿਆ ਤੋਂ ਤੁਸੀਂ ਲੋਕਾਂ ਦਾ ਭਲਾ ਨਹੀਂ ਕਰੋਗੇ ਤਾਂ ਉਹ ਤੁਹਾਡੇ ਸਿਰ ਨੂੰ ਚੜ ਜੂਗੀ। ਪੜ ਗੱਡੀ ਲੱਦੀ ਹੈ, ਪੜ ਪਾਈਆ ਮਾਣ, ਗੁਰੂ ਨਾਨਕ ਸਾਹਿਬ ਨੇ ਕਿਹਾ। ਸੋ ਇਸ ਕਰਕੇ ਇਸ ਚੀਜ਼ ਤੋਂ ਬਚਣ ਦੀ ਲੋੜ ਹੈ। ਪੜ੍ਹਾਈ ਜਿਹੜੀ ਹੋਣੀ ਚਾਹੀਦੀ ਹੈ ਜਾਂ ਜਿਹੜੀ ਵੀ ਕਿਤਾਬ ਤੁਸੀਂ ਪੜ੍ਹੋ, ਉਹ ਉੱਦਾਂ ਦੀ ਕਿਤਾਬ ਪੜ੍ਹੋ ਜਿਹੜੀ ਪਰਉਪਕਾਰ ਕਰੇ, ਲੋਕਾਂ ਦਾ ਭਲਾ ਕਰੇ ਔਰ ਤੁਹਾਡੀ ਜਿਹੜੀ ਸਮਾਜਿਕ ਬਰਾਬਰੀ ਹੈ, ਬਰਾਬਰੀ ਵਾਲਾ ਸਮਾਜ ਸਿਰਜਣ ਲਈ ਤੁਹਾਨੂੰ ਮਜਬੂਰ ਕਰੇ, ਤੁਹਾਨੂੰ ਚੇਤਨ ਕਰੇ। ਉੱਦਾਂ ਦੀ ਪੜ੍ਹਾਈ ਜਿਹੜੀ ਹੈਗੀ ਹੈ, ਉੱਦਾਂ ਦੀਆਂ ਕਿਤਾਬਾਂ ਸਾਨੂੰ ਪੜ੍ਹਨ ਦੀ ਲੋੜ ਹੈ, ਉੱਦਾਂ ਦੀਆਂ ਕਿਤਾਬਾਂ ਲਿਖਣ ਦੀ ਲੋੜ ਹੈ। ਸੋ ਇਸ ਕਰਕੇ ਜਿਹੜੇ ਲੋਕ ਸਿਰਫ ਇੰਜੋਇਮੈਂਟ ਲਈ ਪੜ੍ਹਦੇ ਆ ਕਿ ਕਹਾਣੀ ਪੜ੍ਹ ਲਈ, ਨਾਵਲ ਇੰਜੋਏ ਕਰੋ, ਤੁਸੀਂ ਉਹਦੇ ਤੋਂ ਲੁਤਫ ਲਓ, ਉਹਦੇ 'ਚ ਸੋਚ ਚੇਤਨਾ ਹੋਣੀ ਚਾਹੀਦੀ ਹੈ। ਪਰ ਜੇਕਰ ਸਮਾਜ ਨੂੰ ਚੇਤਨ ਕਰਨ ਵਾਲੀ ਗੱਲ ਨਹੀਂ ਹੋਏਗੀ, ਸਮਾਜ ਨੂੰ ਬਦਲਣ ਲਈ ਕੋਈ ਸਵਾਲ ਖੜੇ ਨਹੀਂ ਕਰਦੀ ਕਿਤਾਬ, ਤਾਂ ਲਾਜ਼ਮੀ ਤੌਰ ਤੇ ਉਸ ਕਿਤਾਬ ਬਾਰੇ ਜਿਹੜੀ ਹੈਗੀ ਸਾਨੂੰ ਸੋਚਣਾ ਚਾਹੀਦਾ। ਸੋ ਚੰਗੀਆਂ ਕਿਤਾਬਾਂ ਜਿਹੜੀਆਂ ਸਮਾਜ ਨੂੰ ਬਦਲ ਸਕਣ, ਚਾਹੇ ਉਹ ਕਹਾਣੀਕਾਰ ਨੇ, ਨਾਵਲਕਾਰ ਨੇ, ਚਾਹੇ ਕਵਿਤਾ ਹੈ ਔਰ ਜਾਂ ਹੋਰ ਬਾਕੀ ਜਿਹੜਾ ਫਿਲਾਸਫੀ ਦਾ ਲਿਟਰੇਚਰ ਹੈ, ਸਮਾਜ ਵਿਗਿਆਨਾਂ ਦਾ ਸਾਹਿਤ ਹੈ ਜਾਂ ਉਹਨਾਂ ਦਾ ਲਿਟਰੇਚਰ ਹੈ, ਇਸ ਤਰ੍ਹਾਂ ਦੀਆਂ ਲਿਖਤਾਂ ਨੇ, ਤਾਂ ਉਹ ਸਾਨੂੰ ਜ਼ਰੂਰ ਉਸ ਤਰ੍ਹਾਂ ਦੀਆਂ ਪੜ੍ਹਨੀਆਂ ਚਾਹੀਦੀਆਂ ਨੇ ਤਾਂ ਕਿ ਅਸੀਂ ਇੱਕ ਚੰਗੇ ਮਨੁੱਖ ਜਿਹੜੇ ਹੈਗੇ ਉਹ ਸਿਰਜ ਸਕੀਏ। ਇਹ ਨਵੰਬਰ ਦਾ ਮਹੀਨਾ ਹੀ ਕਿਉਂ ਜਿਹੜਾ ਚੁਣਿਆ ਜਾਂਦਾ ਜੀ? ਨਵੰਬਰ ਇਸ ਲਈ ਚੁਣਿਆ ਜਾਂਦਾ ਕਿਉਂਕਿ ਇਸ ਦਿਨ 1913 ਦੇ ਵਿੱਚ 1 ਨਵੰਬਰ ਨੂੰ ਇਹ ਮੰਨਿਆ ਜਾਂਦਾ ਹੈ ਕਿ ਗਦਰ ਪਾਰਟੀ ਦੀ ਨੀਂਹ ਰੱਖੀ ਗਈ ਸੀ, ਉਸ ਦਿਨ ਇਹ ਹੋਂਦ ਵਿੱਚ ਆਈ ਸੀ। ਸੋ ਉਸ ਯਾਦ ਨੂੰ ਤਾਜ਼ਾ ਕਰਨ ਦੇ ਲਈ ਅਸੀਂ ਗਦਰੀ ਬਾਬਿਆਂ ਨੂੰ ਜਿਹੜਾ ਸਿਜਦਾ ਕਰਦੇ ਹਾਂ, ਉਹਨਾਂ ਨੂੰ ਸ਼ਰਧਾਂਜਲੀਆਂ ਦਿੰਦੇ ਹਾਂ ਔਰ ਉਹਨਾਂ ਦੇ ਪੂਰਨਿਆਂ ਤੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਲਈ ਅਸੀਂ ਇਹ ਨਵੰਬਰ ਦਾ ਮਹੀਨਾ ਚੁਣਿਆ ਹੋਇਆ ਹੈ। ਜੀ, ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਗਦਰੀ ਬਾਬਿਆਂ ਦੇ ਨਾਲ ਸਾਂਝ ਪਵਾਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ।